ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪਹਿਲਾ। ਘਰ ਪਹਿਲਾ ਚੌਪਦੇ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਰਹਾਉ। ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਦਿਆਲ ਤੇਰੇ ਨਾਮ ਤਰਾਂ ਸਤਿਗੁਰ ਬਾਣੈ ਜਾਉ ਰਹਾਉ। ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਈ ਤਾਕੀ ਸੇਵਾ ਸੋ ਕਰੇ ਜਾ ਕਉ ਨਦਰ ਕਰੇ। ਤੁਧ ਬਾਝ ਪਿਆਰੇ ਕੇਵ ਰਹਾ ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ। ਦੂਜਾ ਨਾਹੀ ਕੋਈ ਜਿਸ ਆਗੈ ਪਿਆਰੇ ਜਾਏ ਕਹਾਂ ਰਹਾਉ। ਸੀਵੀ ਸਾਹਿਬ ਆਪਣਾ ਅਵਰ ਨਾ ਜਾਚੋਂ ਕੋਈ ਨਾਨਕ ਤਾ ਕਾ ਦਾਸ ਹੈ ਬਿੰਦ ਬਿੰਦ ਚੁਪ ਚੁਪ ਹੋਏ। ਸਾਹਿਬ ਤੇਰੇ ਨਾਮ ਵਿਟੋਂ ਬਿੰਦ ਬਿੰਦ ਚੁਕ ਚੁਕ ਹੋਏ ਰਹਾਉ। ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਨਾਲ ਚੱਲ ਰਹੇ ਸੰਤਾ ਪਾਠ ਦੀ ਇਸ ਲੜੀ ਦੇ ਵਿੱਚ ਤਨਾਸਰੀ ਰਾਗ ਦਾ ਪਹਿਲਾ ਪਾਵਨ ਗੁਰ ਸ਼ਬਦ। ਇਸ ਪਾਠ ਦੀ ਆਰੰਭਤਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅੰਗ 660 ਤੋਂ ਸ਼ੁਰੂ ਹੁੰਦੀ ਹੈ। ਅੱਜ ਦਾ ਇਹ ਪਾਵਨ ਗੁਰ ਸ਼ਬਦ ਤਨਾਸਰੀ ਰਾਗ ਇਸ ਪਾਵਨ ਅੰਗ ਤੋਂ ਆਰੰਭ ਹੁੰਦਾ ਹੈ ਤੇ ਜਿਸ ਪਾਵਨ ਗੁਰ ਸ਼ਬਦ ਦਾ ਆਪ ਜੀਆਂ ਨੇ ਮੂਲ ਪਾਠ ਸਰਵਣ ਕੀਤਾ ਹੈ, ਇਹ ਤਨਾਸਰੀ ਰਾਗ ਦਾ ਪਹਿਲਾ ਪਾਵਨ ਗੁਰ ਸ਼ਬਦ ਹੈ। ਆਰੰਭਤਾ ਦੇ ਅੰਦਰ ਜੋ ਸਰਲੇਖ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਤਨਾਸਰੀ ਰਾਗ ਦਾ ਨਾਮ ਹੈ। ਮਹੱਲਾ ਪਹਿਲਾ ਘਰ ਪਹਿਲਾ ਚੌਪਦੇ। ਚੌਪਦੇ ਦਾ ਭਾਵ ਇਸ ਸ਼ਬਦ ਦੇ ਚਾਰ ਪਦੇ ਨੇ, ਚਾਰ ਬੰਦ ਨੇ। ਉਸ ਤੋਂ ਉਪਰੰਤ ਸੰਪੂਰਨ ਰੂਪ ਦੇ ਅੰਦਰ ਮੰਗਲਾਚਰਨ ਗੁਰਦੇਵ ਮਹਾਰਾਜ ਜੀ ਨੇ ਦਰਜ ਕੀਤਾ ਹੈ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਸ ਮੰਗਲਾਚਰਨ, ਇਸ ਮੂਲ ਮੰਤਰ ਦਾ ਆਪ ਜੀਆਂ ਨੇ ਅਨੇਕਾਂ ਵਾਰ ਇਸ ਦੇ ਅਰਥ ਵੀ ਆਪ ਜੀਆਂ ਨੇ ਸਰਵਣ ਕੀਤੇ ਹੋਣਗੇ। ਸੰਖੇਪ ਰੂਪ ਦੇ ਅੰਦਰ ਜੇ ਇਸ ਦੇ ਅਰਥਾਂ ਨੂੰ ਵੇਖੀਏ, ਇੱਕ ਓੰਕਾਰ ਉਸ ਵਾਹਿਗੁਰੂ ਪਰਮਾਤਮਾ ਵਾਸਤੇ ਇੱਕ ਕਿ ਉਹ ਇੱਕੋ ਹੈ। ਸਤਨਾਮ ਉਸ ਪਰਮਾਤਮਾ ਦਾ ਨਾਮਣਾ ਹਮੇਸ਼ਾ ਹੀ ਸਦੀਵ ਕਰ ਰਹਿੰਦਾ ਹੈ। ਉਹਦੀ ਵਡਿਆਈ ਜੁਗਾਂ ਜੁਗਾਂ ਤੱਕ, ਜੁਗਾਂ ਦੇ ਆਰੰਭ ਤੋਂ ਪਹਿਲਾਂ ਵੀ ਤੇ ਜੇ ਇਸ ਸੰਸਾਰ ਦੇ, ਇਸ ਧਰਤੀ ਦੇ ਨਾਸ਼ ਤੋਂ ਬਾਅਦ ਵੀ ਉਸ ਦੀ ਵਡਿਆਈ ਬਰਕਰਾਰ ਰਹਿੰਦੀ ਹੈ। ਕਰਤਾ ਪੁਰਖ ਪਰਮਾਤਮਾ ਹਰ ਇੱਕ ਸ਼ੈ ਨੂੰ, ਹਰ ਇੱਕ ਚੀਜ਼ ਨੂੰ ਪੈਦਾ ਕਰਨ ਵਾਲਾ ਹੈ, ਬਣਾਉਣ ਵਾਲਾ ਹੈ। ਨਿਰਭਉ ਨਿਰਵੈਰ, ਨਿਰਭਉ ਭਾਵ ਉਹਦੇ ਅੰਦਰ ਡਰ ਦੀ ਭਾਵਨਾ ਨਹੀਂ। ਨਿਰਵੈਰ ਨਾ ਹੀ ਉਹਦੇ ਅੰਦਰ, ਪਰਮਾਤਮਾ ਦੇ ਅੰਦਰ ਕਿਸੇ ਪ੍ਰਕਾਰ ਦੀ ਵੈਰ ਦੀ ਭਾਵਨਾ ਹੈ। ਕਿਸੇ ਦੇ ਨਾਲ ਉਹ ਵੈਰ ਨਹੀਂ ਰੱਖਦਾ। ਨਾ ਹੀ ਉਹਦੇ ਮਨ ਦੇ ਅੰਦਰ ਕਿਸੇ ਪ੍ਰਕਾਰ ਦਾ ਡਰ ਹੈ। ਨਿਰਭਉ ਨਿਰਵੈਰ ਦਾ ਭਾਵ ਡਰ ਦੀ ਭਾਵਨਾ ਤੋਂ ਰਹਿਤ ਅਤੇ ਵੈਰ ਦੀ ਭਾਵਨਾ ਤੋਂ ਰਹਿਤ। ਅਕਾਲ ਮੂਰਤ, ਉਹ ਵਾਹਿਗੁਰੂ ਪਰਮਾਤਮਾ, ਉਸ ਦੀ ਹਸਤੀ ਦੇ ਉੱਤੇ ਸਮੇਂ ਦਾ ਪ੍ਰਭਾਵ ਨਹੀਂ, ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ। ਅਜੂਨੀ ਸੈਭੰ ਗੁਰ ਪ੍ਰਸਾਦ, ਜੂਨਾਂ ਦੇ ਅੰਦਰ ਨਹੀਂ ਆਉਂਦਾ। ਇੱਕ ਪੱਖ ਤੋਂ
ਤੇ ਦੂਜੇ ਪੱਖ ਤੋਂ ਸਾਰੀਆਂ ਹੀ ਜੂਨਾਂ ਦੇ ਅੰਦਰ ਉਸ ਦਾ ਵਾਸਾ ਹੈ, ਪਰ ਉਹ ਖਾਸ ਤੌਰ ਦੇ ਉੱਤੇ ਜੂਨ ਦੇ ਅੰਦਰ ਜਨਮ ਨਹੀਂ ਲੈਂਦਾ, ਖਾਸ ਸਰੀਰ ਧਾਰੀ ਨਹੀਂ। ਗੁਰੂ ਪ੍ਰਸਾਦ ਪਰ ਇਸ ਗੱਲ ਦੀ ਸੋਝੀ, ਇਸ ਗੱਲ ਦੀ ਸਮਝ ਗੁਰੂ ਦੀ ਕਿਰਪਾ ਦੇ ਨਾਲ ਹੀ ਹੁੰਦੀ ਹੈ। ਇਸ ਪਾਵਨ ਗੁਰ ਸ਼ਬਦ ਦੇ ਅੰਦਰ ਗੁਰਦੇਵ ਮਹਾਰਾਜ ਜੀ ਨੇ ਤਕਰੀਬਨ 4 ਰਹਾਉ ਦੇ ਵੰਨ ਦਰਜ ਕੀਤੇ ਨੇ। ਗੁਰਦੇਵ ਮਹਾਰਾਜ ਜੀ ਸ਼ੁਰੂਆਤ ਦੇ ਅੰਦਰ ਇਹ ਬਖਸ਼ਿਸ਼ ਕਰਦੇ ਨੇ, ਜਿਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ। ਜਿਉ ਦਾ ਭਾਵ ਜਿੰਦ, ਕਹਿਣ ਲੱਗੇ ਮੇਰੀ ਜਿੰਦ ਵਿਕਾਰਾਂ ਦੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਡਰਦੀ ਹੈ। ਦੁਨਿਆਵੀ ਚਿੰਤਾਵਾਂ, ਦੁਨਿਆਵੀ ਆਫਤਾਂ, ਮੁਸੀਬਤਾਂ, ਇਹਨਾਂ ਸਾਰਿਆਂ ਤੋਂ ਚਿੰਤਾ ਤੋਂ ਰਹਿੰਦੀ ਏ। ਕਹਿੰਦੇ ਮੈਂ ਇਹਨਾਂ ਡਰਾਂ ਤੋਂ, ਇਹਨਾਂ ਦੁਨਿਆਵੀ ਚਿੰਤਾਵਾਂ ਤੋਂ ਬਚਣ ਦੇ ਵਾਸਤੇ ਕਿਹਦੇ ਅੱਗੇ ਅਰਦਾਸ ਕਰਾਂ, ਬੇਨਤੀ ਕਿਹਦੇ ਅੱਗੇ ਕਰਾਂ। ਜਿਉ ਡਰਤ ਹੈ ਆਪਣਾ, ਮੇਰੀ ਜਿੰਦ ਤੇ ਆਪ ਡਰਦੀ। ਕੈਸਿਓ, ਬਾਣੀ ਦੇ ਅੰਦਰ ਇਹ 2 ਸ਼ਬਦ ਆਉਂਦੇ ਨੇ, ਕੇ ਤੇ ਕੈ। ਕੇ ਸ਼ਬਦ ਅਨੇਕਾਂ ਵਾਰ ਆਉਂਦਾ ਏ, ਪਰ ਜਿਸ ਵੇਲੇ ਸਵਾਲ ਪੈਦਾ ਕਰਨਾ ਹੁੰਦਾ ਹੈ ਉਸ ਸਮੇਂ ਗੁਰਦੇਵ ਮਹਾਰਾਜ ਜੀ ਕੈ ਸ਼ਬਦ ਦੀ ਜ਼ਿਆਦਾਤਰ ਵਰਤੋਂ ਕਰਦੇ ਨੇ। ਕੈਸਿਓ ਭਾਵ ਕਿਸ ਅੱਗੇ, ਕਰੀ ਪੁਕਾਰ, ਕਿਸ ਅੱਗੇ ਮੈਂ ਬੇਨਤੀ ਕਰਾਂ, ਕਿਸ ਮਨੁੱਖ ਅੱਗੇ। ਆਪਣੇ ਦਰਦ ਨੂੰ, ਆਪਣੇ ਇਸ ਮਨ ਦੇ ਪੀੜਾ ਨੂੰ ਦੂਰ ਕਰਨ ਵਾਸਤੇ ਕਿਹਦੇ ਅੱਗੇ ਫਰਿਆਦ ਕਰਾਂ, ਇਸ ਮਨੁੱਖ ਦੇ ਅੱਗੇ ਮੈਂ ਜਾ ਕੇ ਜੋਦੜੀ ਕਰਾਂ। ਕੈਸਿਓ ਕਰੀ ਪੁਕਾਰ, ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਇੱਥੇ ਬਾਣੀ ਦੇ ਅੰਦਰ ਪੁਕਾਰ ਵੀ ਆਉਂਦਾ ਹੈ, ਤੇ ਪਰ ਇੱਥੇ ਪੁਕਾਰ ਹੈ, ਪੱਪੇ ਨੂੰ ਔਂਕੜ ਹੈ, ਇੱਥੇ ਦੁਲੰਕੜਾਂ ਦੀ ਵਰਤੋਂ ਨਹੀਂ ਕੀਤੀ ਗਈ। ਇਸ ਲਈ ਧਿਆਨ ਦੇ ਨਾਲ ਪੁਕਾਰ ਨਹੀਂ, ਸਗੋਂ ਪੁਕਾਰ ਕਰਨਾ ਹੈ। ਉਚਾਰਨ ਪੁਕਾਰ ਕਰਨ ਦੀ ਬਜਾਏ ਪੁਕਾਰ। ਜਿਉ ਡਰਤ ਹੈ ਆਪਣਾ, ਇੱਥੇ ਵੀ ਐੜੇ ਨੂੰ ਕਰਨਾ ਆਪਣਾ। ਜਿਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ। ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਦੁੱਖ ਵਿਸਾਰਨ ਸੇਵਿਆ, ਦੁੱਖਾਂ ਨੂੰ ਦੂਰ ਕਰਨ ਵਾਲਾ ਉਹ ਪ੍ਰਮਾਤਮਾ ਜਿਹੜਾ ਹਮੇਸ਼ਾ ਹੀ ਉਹ ਦਾਤੇ ਰੂਪ ਦੇ ਅੰਦਰ ਹੈ, ਹਮੇਸ਼ਾ ਹੀ ਉਹ ਦਾਤਾ ਸਾਡਾ ਹੈ, ਸਦਾ ਸਦਾ ਦਾਤਾਰ। ਉਹ ਕਿਸੇ ਖਾਸ ਸਮੇਂ ਦਾਤਾ ਨਹੀਂ ਦਿੰਦਾ, ਸਗੋਂ ਹਰ ਵੇਲੇ ਸਾਨੂੰ ਦੇ ਹੀ ਜਾ ਰਿਹਾ ਹੈ, ਦਿੰਦਾ ਰਹੇ। ਉਹਦੇ ਦੇਣ ਦੇ ਵਿੱਚ ਤੋਟ ਨਹੀਂ ਆ ਰਹੀ, ਉਹ ਰੁਕਦਾ ਨਹੀਂ। ਕਿਸੇ ਖਾਸ ਮੌਸਮ ਦੇ ਅੰਦਰ ਪਦਾਰਥ ਨਹੀਂ ਵੰਡਦਾ, ਹਰ ਸਮੇਂ ਸਾਰਿਆਂ ਜੀਵ ਜੰਤੂਆਂ ਨੂੰ ਆਪਣੇ ਭੰਡਾਰੇ ਉਸਨੇ ਖੋਲ੍ਹੇ ਹੋਏ ਤੇ ਦਾਤਾਂ ਦੇ ਰਿਹਾ। ਸਦਾ ਸਦਾ ਦਾਤਾਰ, ਦੱਦੇ ਨੂੰ ਕੰਨਾਂ ਤੇ ਤੱਤੇ ਨੂੰ ਕੰਨਾਂ, ਦਾਤਾਰ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਰਹਾਉ, ਰਹਾਉ ਦੇ ਬੰਦ ਦੇ ਅੰਦਰ ਇਹ ਪਹਿਲਾ ਰਹਾਉ ਦਾ ਬੰਦ ਹੈ। ਰਹਾਉ ਦੇ ਬੰਦ ਦੇ ਅੰਦਰ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਸਾਹਿਬ ਮੇਰਾ। ਸਾਹਿਬ ਦਾ ਭਾਵ ਮਾਲਕ, ਨੀਤ ਦਾ ਭਾਵ ਹਮੇਸ਼ਾ। ਵੈਸੇ ਆਮ ਕਰਕੇ ਨੀਤ ਸ਼ਬਦ ਦੀ ਵਰਤੋਂ ਨੀਤ ਦੇ ਵਾਸਤੇ ਵੀ ਕੀਤੀ ਜਾਂਦੀ ਹੈ, ਮਨੁੱਖ ਦੇ ਸੁਭਾਅ ਦੇ ਵਾਸਤੇ ਵੀ ਕੀਤੀ ਜਾਂਦੀ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਗੁਰਦੇਵ ਮਹਾਰਾਜ ਜੀ ਕਹਿੰਦੇ ਕਿ ਉਹ ਪ੍ਰਮਾਤਮਾ ਹਮੇਸ਼ਾ ਹੀ ਉਹ ਦਾਤਾਰ ਹੈ, ਨਿਤ ਨਵਾਂ ਰਹਿਣ ਵਾਲਾ ਹੈ। ਉਹਦੇ ਅੰਦਰ ਉਹ ਕਦੀ ਪੁਰਾਣਾ ਨਹੀਂ ਹੁੰਦਾ। ਅਨਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ।
ਅਨਦਿਨ ਭਾਵ ਦਿਨ ਰਾਤ। ਤੇ ਜਿਹੜਾ ਇਹੋ ਜਿਹਾ ਪ੍ਰਮਾਤਮਾ ਇੰਨੀਆਂ ਦਾਤਾਂ ਦੇ ਕੇ ਸਾਨੂੰ ਨਿਵਾਜਣ ਵਾਲਾ ਹੈ, ਤੇ ਫਿਰ ਉਸ ਨੂੰ ਤੇ ਹਮੇਸ਼ਾ ਹੀ ਚੇਤੇ ਕਰਨਾ ਚਾਹੀਦਾ ਹੈ। ਦਿਨ ਰਾਤ ਉਸ ਨੂੰ ਯਾਦ ਹੀ ਕਰਦੇ ਰਹਿਣਾ ਚਾਹੀਦਾ ਹੈ। ਅੰਤ, ਜਿਸ ਵੇਲੇ ਅੰਤ ਸਮਾਂ ਹੈ, ਭਾਵ ਅੰਤ ਸ਼ਬਦ ਦੀ ਵਰਤੋਂ ਜਿਸ ਵੇਲੇ ਮਨੁੱਖ ਦੇ ਜੀਵਨ ਦੇ ਅੰਦਰ ਮੌਤ ਆਉਂਦੀ ਹੈ, ਉਸ ਸਮੇਂ ਦੇ ਵਾਸਤੇ ਵੀ ਅੰਤ ਸ਼ਬਦ ਵਰਤਿਆ ਜਾਂਦਾ ਹੈ ਕਿ ਮਨੁੱਖ ਦੀ ਮੌਤ ਦਾ ਵੇਲਾ ਆ ਗਿਆ, ਅੰਤ ਵੇਲਾ ਆ ਗਿਆ। ਪਰ ਅੰਤ ਸ਼ਬਦ ਦਾ ਭਾਵ ਇਸ ਤੋਂ ਵੀ ਲਿਆ ਜਾ ਸਕਦਾ ਹੈ ਕਿ ਜਿਸ ਵੇਲੇ ਦੁੱਖ ਦੀ ਘੜੀ ਹੁੰਦੀ ਹੈ, ਜਿਸ ਵੇਲੇ ਮੁਸ਼ਕਲ ਜੀਵਨ ਦੇ ਅੰਦਰ ਆ ਜਾਂਦੀ ਹੈ, ਮਨੁੱਖ ਉਸ ਸਮੇਂ ਦੁੱਖ ਦੀ ਘੜੀ ਦੇ ਵਿੱਚ, ਅਬਦਾ ਦੇ ਸਮੇਂ, ਮੁਸ਼ਕਲ ਦੀ ਘੜੀ ਦੇ ਵਿੱਚ ਇਹ ਆਖਦਾ ਹੈ ਕਿ ਹੁਣ ਤੇ ਸੰਤਾਪ ਦੀ ਇੰਤਹਾ ਹੋ ਗਈ, ਹੁਣ ਮੇਰੇ ਕੋਲੋਂ ਹੋਰ ਦੁੱਖ ਨਹੀਂ ਝੱਲਿਆ ਜਾਂਦਾ, ਹੁਣ ਤੇ ਅੰਤ ਹੋ ਗਈ, ਹੁਣ ਮੇਰੇ ਕੋਲੋਂ ਇਹ ਸੰਤਾਪ ਹੋਰ ਝੱਲਿਆ ਨਹੀਂ ਜਾਂਦਾ। ਅੰਤਿਨ ਸਾਹਿਬ ਸੇਵੀ ਹੈ, ਅੰਤ ਛਡਾਏ ਸੋਈ। ਜਿਹੜਾ ਅੰਤ ਵੇਲੇ ਵੀ ਸਾਨੂੰ ਛਡਾਉਣ ਜੋਗਾ ਹੈ, ਉਸ ਨੂੰ ਹੀ ਚੇਤੇ ਕਰਨਾ ਚਾਹੀਦਾ ਹੈ। ਅੰਦਿਨ ਸਾਹਿਬ ਸੇਵੀ ਹੈ, ਇੱਥੇ ਸੱਸੇ ਨੂੰ ਲਾਮ, ਵਾਵੇ ਨੂੰ ਬਿਹਾਰੀ ਤੇ ਐੜੇ ਨੂੰ ਦਲਾਵਾਂ ਦੀ ਵਰਤੋਂ ਹੈ। ਇੱਥੇ ਸੀਵੀਏ ਉਚਾਰਨ ਨਹੀਂ ਹੋਣਾ ਚਾਹੀਦਾ, ਸਗੋਂ ਸੀਵੀਐ ਐੜੇ ਨੂੰ ਦਲਾਵਾਂ ਹਨ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਮੇਰੀ ਜੀਵ ਆਤਮਾ ਉਸ ਵਾਹਿਗੁਰੂ ਪ੍ਰਮਾਤਮਾ ਦੀ ਹੋਂਦ ਨੂੰ ਸੁਣ ਕੇ ਹੀ ਧੀਰਜ ਫੜਦੀ ਹੈ। ਸੁਣ ਸੁਣ ਕੇ ਮੇਰੀ ਕਾਮਣੀ ਪਾਰ ਉਤਾਰਾ ਹੋਏ, ਉਹਦੀ ਨਾਮ ਬਾਣੀ ਨੂੰ ਸੁਣ ਕੇ ਹੀ ਮਨੁੱਖ ਇਸ ਸੰਸਾਰ ਦੇ ਭਵਜਲ ਸਾਗਰ ਤੋਂ ਲੰਘ ਸਕਦਾ ਹੈ। ਪਾਰ ਉਤਾਰਾ ਹੋਏ, ਦਿਆਲ ਤੇਰੇ ਨਾਮ ਤਰਾਂ, ਸਦ ਕੁਰਬਾਨੈ ਜਾਉ ਰਹਾਉ। ਹੁਣ ਦੂਸਰਾ ਰਹਾਉ ਦਾ ਬੰਦ ਹੈ। ਦਿਆਲ ਦੇ ਉੱਤੇ ਰੁਕਣਾ ਹੈ। ਜਿਵੇਂ ਆਮ ਕਰਕੇ ਕਿਸੇ ਨੂੰ ਆਵਾਜ਼ ਮਾਰਨੀ ਹੋਵੇ, ਸੰਬੋਧਨ ਕਰਨਾ ਹੋਵੇ, ਤੇ ਉਸ ਸਮੇਂ ਅਸੀਂ ਉਸ ਦਾ ਨਾਮ ਸੰਬੋਧਨ ਰੂਪ ਦੇ ਅੰਦਰ ਲੈਂਦੇ ਹਾਂ, ਉਸ ਨੂੰ ਆਵਾਜ਼ ਰੂਪ ਦੇ ਅੰਦਰ ਸਾਡੀ ਅਲੱਗ ਟੋਨ ਹੁੰਦੀ ਹੈ। ਇਸ ਤਰ੍ਹਾਂ ਉਸ ਵਾਹਿਗੁਰੂ ਪ੍ਰਮਾਤਮਾ ਨੂੰ, ਜਿਹੜਾ ਕਿ ਦਿਆਲ ਹੈ, ਹਮੇਸ਼ਾ ਹੀ ਦਇਆ ਕਰਦਾ ਹੈ, ਉਸ ਨੂੰ ਵੀ ਆਵਾਜ਼ ਮਾਰ ਕੇ ਮਹਾਰਾਜ ਜੀ ਨੇ ਇਹ ਕਿਹਾ, ਦਿਆਲ ਤੇਰਾ ਨਾਮ ਤਰਾਂ। ਦਿਆਲ ਦੇ ਉੱਤੇ ਰੁਕ ਕੇ ਸੰਬੋਧਨੀ ਰੂਪ ਦੇ ਅੰਦਰ ਉਹਦੇ ਅੱਗੇ ਜੋਦੜੀ ਕਰਕੇ, ਜਿਵੇਂ ਅਸੀਂ ਕਿਸੇ ਨੂੰ ਆਵਾਜ਼ ਮਾਰਦੇ ਹਾਂ, ਉਸ ਭਾਵਨਾ ਦੇ ਵਿੱਚ, ਉਸ ਟੋਨ ਦੇ ਅੰਦਰ, ਦਿਆਲ ਤੇਰਾ ਨਾਮ ਤਰਾਂ, ਤੇਰੇ ਨਾਮ ਰਾਹੀਂ ਹੀ ਮੈਂ ਤਰ ਸਕਦਾ ਹਾਂ, ਹੋਰ ਦੂਜਾ ਰਸਤਾ ਹੈ ਹੀ ਨਹੀਂ। ਤੇਰੇ ਨਾਮ ਤੋਂ ਬਗੈਰ ਸੰਸਾਰ ਦੇ ਉੱਤੇ ਹੋਰ ਕੋਈ ਜਰੀਆ ਨਹੀਂ, ਹੋਰ ਕੋਈ ਇਹੋ ਜਿਹਾ ਰਸਤਾ ਹੈ ਹੀ ਨਹੀਂ। ਸਦ ਕੁਰਬਾਨੈ ਜਾਉ, ਸਦ ਦਾ ਭਾਵ ਹਮੇਸ਼ਾ ਮੈਂ, ਇਹ ਵਾਹਿਗੁਰੂ ਜੀਓ, ਹਮੇਸ਼ਾ ਹੀ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ, ਮੈਂ ਆਪ ਜੀ ਤੋਂ ਹਮੇਸ਼ਾ ਹੀ ਸਦਕੇ ਜਾਂਦਾ ਹਾਂ। ਸਦ ਕੁਰਬਾਨੈ ਜਾਉ ਰਹਾਉ। ਰਹਾਉ ਦਾ ਜਿਹਨੂੰ ਅਰਥ ਪਤਾ ਹੀ ਹੈ, ਭਾਵ ਰੁਕੋ, ਠਹਿਰੋ। ਸਰਵੰਗ ਸਾਚਾ ਏਕ ਹੈ, ਦੂਜਾ ਨਾਹੀ ਕੋਈ, ਤਾ ਕੀ ਸੇਵਾ ਸੋ ਕਰੇ, ਜਾ ਕਉ ਨਦਰ ਕਰੇ। ਸਰਵੰਗ ਸਾਚਾ ਏਕ ਹੈ, ਸਭ ਤੋਂ ਸ੍ਰੇਸ਼ਟ ਉਹ ਵਾਹਿਗੁਰੂ ਪਰਮਾਤਮਾ ਹੀ ਹੈ। ਸਰਵੰਗ ਬੱਬੇ ਦੇ ਉੱਤੇ ਟਿੱਪੀ ਹੈ। ਸਰਵੰਗ ਸਾਚਾ ਏਕ ਹੈ, ਜਿਵੇਂ ਸੈਭੰ, ਸਰਵੰ ਸਾਚਾ ਏਕ ਹੈ, ਦੂਜਾ ਨਾ ਹੀ ਕੋਈ, ਦੂਜਾ ਉਹਦੇ ਬਰਾਬਰ ਦਾ ਨਹੀਂ। ਤਾਂ ਕਿ ਸੇਵਾ ਸੋ ਕਰੇ, ਇਸ ਦਾ ਉਚਾਰਨ ਤਾਂ ਕੀ ਨਹੀਂ, ਸਗੋਂ ਤਾਂ ਕਿ ਸੇਵਾ ਸੋ ਕਰੇ, ਉਸ ਦੀ ਸੇਵਾ ਉਹ ਹੀ ਕਰ ਸਕਦਾ ਹੈ। ਸੇਵਾ ਦਾ ਭਾਵ ਉਸ ਦੇ ਹੁਕਮ ਨੂੰ ਮੰਨਣਾ। ਕੌਣ ਮੰਨ ਸਕਦਾ ਹੈ, ਕਿਹੜਾ ਮੰਨ ਸਕਦਾ ਹੈ?
ਜਾ ਕਉ ਨਦਰ ਕਰੇ। ਨਦਰ ਭਾਵ ਮਿਹਰ, ਜਿਸ ਉੱਤੇ ਉਸ ਦੀ ਮਿਹਰ ਹੁੰਦੀ ਹੈ। ਤੁਧ ਬਾਜ ਪਿਆਰੇ ਕੇਵ ਰਹਾ। ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ। ਦੂਜਾ ਨਾਹੀ ਕੋਈ, ਜਿਸ ਆਗੇ ਪਿਆਰੇ ਜਾਏ ਕਹਾਂ ਰਹਾਉ। ਤੁਧ ਦਾ ਭਾਵ ਤੇਰੇ ਤੋਂ ਬਗੈਰ, ਬਾਜ ਬਿਨਾ। ਕੇਵ ਦਾ ਭਾਵ ਕਿਉਂ। ਬਾਣੀ ਦੇ ਅੰਦਰ ਕਿਉਂ ਸ਼ਬਦ ਵੀ ਆਪ ਜੀਆਂ ਨੇ ਪੜ੍ਹਿਆ ਹੋਵੇਗਾ। ਕਿਉਂ ਦਾ ਹੀ ਦੂਜਾ ਰੂਪ ਹੈ ਕੇਵ। ਕਿਵ ਵੀ ਹੈ, ਕਿਵ ਸਚਿਆਰਾ ਹੋਈ ਹੈ। ਕਿਵ ਕੂੜੇ ਟੁੱਟਿਆ ਪਾਲ। ਕਿਉਂ ਤੋਂ ਕਿਵ ਤੇ ਕਿਵ ਤੋਂ ਕੇਵ। ਕਿਉਂ ਤੇ ਉਸ ਤੋਂ ਬਾਅਦ ਕਿਵ, ਵਾਵਾ ਉੜੇ ਦੀ ਔਂਕੜ ਵਾਵੇ ਦੇ ਵਿੱਚ ਬਦਲ ਗਿਆ, ਊੜਾ ਵਾਵੇ ਦੇ ਵਿੱਚ ਤਬਦੀਲ ਹੋ ਗਿਆ। ਉਸ ਤੋਂ ਬਾਅਦ ਕੇਵ। ਕੇਵ ਦਾ ਭਾਵ ਵੀ ਕਿਉਂ। ਕਹਿੰਦੇ ਤੇਰੇ ਤੋਂ ਬਗੈਰ ਮੈਂ ਕਿਵੇਂ ਰਹਿ ਸਕਦਾ ਹਾਂ। ਤੇਰੇ ਤੋਂ ਬਗੈਰ ਮੈਂ ਨਹੀਂ ਰਹਿ ਸਕਦਾ। ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ। ਇਹੋ ਜਿਹੀ ਮੈਨੂੰ ਵੀ ਵਡਿਆਈ ਦੇ। ਮੈਂ ਵੀ ਤੇਰੇ ਨਾਮ ਦਾ ਚਾਹਵਾਨ ਹੋ ਜਾਵਾਂ, ਤੇਰੇ ਨਾਮ ਦੇ ਨਾਲ ਲੱਗ ਜਾਵਾਂ। ਇਹੋ ਜਿਹੀ ਮੈਨੂੰ ਵੀ ਵਡਿਆਈ ਦੇ। ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ। ਰਾਰਾ ਹਾਹੀ ਨੂੰ ਕਰਨਾ ਉੱਤੇ ਬਿੰਦੀ ਵੀ ਵਰਤੋਂ ਕੀਤੀ ਗਈ ਹੈ। ਜਿਤ ਨਾਮ ਤੇਰੇ ਲਾਗ ਰਹਾ। ਦੂਜਾ ਨਾਹੀ ਕੋਈ, ਜਿਸ ਆਗੇ ਪਿਆਰੇ ਜਾਏ ਕਹਾਂ। ਹੋਰ ਕਹਿੰਦੇ ਕਿ ਤੇਰੇ ਬਰਾਬਰ ਦਾ ਇਸ ਸੰਸਾਰ ਦੇ ਉੱਤੇ ਹੈ ਨਹੀਂ। ਜੋ ਦੁੱਖ ਦਰਦ ਤੂੰ ਸੁਣ ਸਕਦਾ ਹੈ, ਉਹ ਹੋਰ ਦੂਜਾ ਨਹੀਂ ਸੁਣ ਸਕਦਾ। ਜਿਹੜੇ ਦੁੱਖ ਦਰਦ ਨੂੰ ਤੂੰ ਦੂਰ ਕਰ ਸਕਦਾ ਹੈ, ਹੋਰ ਦੂਰ ਨਹੀਂ ਕਰ ਸਕਦਾ। ਦੂਜਾ ਨਾਹੀ ਕੋਈ, ਜਿਸ ਆਗੇ ਪਿਆਰੇ ਜਾਏ ਕਹਾਂ। ਮੈਂ ਕਿਹਦੇ ਅੱਗੇ ਅਰਦਾਸ, ਕਿਹਦੇ ਅੱਗੇ ਫਰਿਆਦ ਕਰਾਂ ਰਹਾਉ। ਸੇਵੀ ਸਾਹਿਬ ਆਪਣਾ ਆਵਰ ਨਾ ਜਾਚਾਂ ਕੋਈ। ਸੇਵੀ ਦਾ ਭਾਵ ਯਾਦ ਕਰਦਾ ਹਾਂ, ਸੇਵਦਾ ਹਾਂ। ਸੇਵੀ ਸਾਹਿਬ ਆਪਣਾ ਅਵਰ ਨਾ ਜਾਚਾਂ ਕੋਈ। ਜਾਚਣਾ ਭਾਵ ਮੰਗਣਾ। ਮੈਂ ਕਿਸੇ ਹੋਰ ਦੇ ਪਾਸ ਜਾ ਕੇ ਮੰਗਦਾ ਨਹੀਂ। ਨਾਨਕ ਤਾ ਕਾ ਦਾਸ ਹੈ। ਨਾਨਕ ਦੇ ਕੱਕੇ ਨੂੰ ਔਂਕੜ ਹੈ, ਇੱਥੇ ਰੁਕਣਾ ਨਹੀਂ। ਨਾਨਕ ਤਾ ਕਾ ਦਾਸ ਹੈ, ਨਾਨਕ ਉਸ ਦਾ ਦਾਸ ਹੈ। ਬਿੰਦ ਬਿੰਦ ਚੁੱਕ ਚੁੱਕ ਹੋਈ, ਜਿਸ ਨੇ ਆਪਣਾ ਸਭ ਕੁਝ ਗੁਰੂ ਤੋਂ ਕੁਰਬਾਨ ਕੀਤਾ ਹੈ। ਸਾਹਿਬ ਤੇਰੇ ਨਾਮ ਵਿਟੋਂ, ਬਿੰਦ ਬਿੰਦ ਚੁੱਕ ਚੁੱਕ ਹੋਈ ਰਹਾਉ। ਹੇ ਸਾਹਿਬ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਂਦਾ ਹਾਂ। ਮੈਂ ਆਪਣੇ ਆਪ ਨੂੰ ਤੇਰੇ ਨਾਮ ਤੋਂ ਕੁਰਬਾਨ ਕਰਦਾ ਹਾਂ ਰਹਾਉ। ਇੱਥੇ ਇਹ ਪਹਿਲਾ ਸ਼ਬਦ ਸਮਾਪਤ ਹੁੰਦਾ ਹੈ। ਰਹਾਉ ਤੋਂ ਬਾਅਦ ਜਿਹੜਾ ਅੰਕ ਦਰਜ ਕੀਤੇ ਨੇ 4, ਫਿਰ 2 ਡੰਡੀਆਂ 1। 4 ਦਾ ਭਾਵ ਜੋ ਰਮਤਾ ਦੇ ਵਿੱਚ ਆਪ ਜੀ ਨੇ ਪੜ੍ਹਿਆ ਸੀ ਚੌਪਦੇ, ਭਾਵ 4 ਪਦੇ ਹੋ ਗਏ। 1 ਅੰਕ ਦਾ ਭਾਵ ਇਸ ਰਾਗ ਦਾ ਪਹਿਲਾ ਸ਼ਬਦ ਹੈ। ਇਸ ਰਾਗ ਦਾ ਇਹ ਪ੍ਰਥਮ ਸ਼ਬਦ ਹੈ। ਇਸ ਤੋਂ ਅੱਗੇ ਗੁਰਦੇਵ ਮਹਾਰਾਜ ਜੀ ਪਾਵਨ ਗੁਰੂ ਸ਼ਬਦ ਦੇ ਅੰਦਰ ਬਖਸ਼ਿਸ਼ ਕਰਦੇ ਨੇ। ਇਹ ਖਿਆਲ ਰੱਖਣਾ, ਇਹ ਸ਼ਬਦ ਪਹਿਲੇ ਘਰ ਦਾ ਸ਼ਬਦ ਹੈ। ਧਨਾਸਰੀ ਮਹੱਲਾ ਪਹਿਲਾ। ਹਮ ਆਦਮੀ ਹਾਂ ਇਕਦਮੀ, ਮੋਹਲਤ ਮੋਹਤ ਨਾ ਜਾਣਾ। ਨਾਨਕ ਬਿਨਵੈ ਤਿਸੈ ਸਰੀ, ਹੋ ਜਾ ਕੇ ਜੀ ਪ੍ਰਾਣਾ। ਅਗਲੇਰੇ ਪਾਵਨ ਗੁਰ ਸ਼ਬਦ ਦਾ ਪਹਿਲਾ ਬੰਦ ਗੁਰਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ, ਹਮ ਆਦਮੀ ਹਾਂ ਇਕਦਮੀ। ਹਮ ਦਾ ਭਾਵ ਅਸੀਂ, ਆਦਮੀ ਦਾ ਭਾਵ ਜੋ ਪਰਿਭਾਸ਼ਾ ਸੱਚੇ ਪਾਤਸ਼ਾਹ ਨੇ ਦਿੱਤੀ ਹੈ ਉਹਦੇ ਅਨੁਸਾਰ ਜੇ ਵੇਖੀਏ, ਇਹ ਸ਼ਬਦ ਇੰਝ ਸਮਝਿਆ ਜਾ ਸਕਦਾ ਇਹ ਦਮ ਤੋਂ ਬਣਿਆ ਹੈ। ਦਮ ਦਾ ਭਾਵ ਸਾਹ, ਦਮ ਤੋਂ ਦਮੀ, ਦਮੀ ਤੋਂ ਆਦਮੀ। ਜਿਹਦੇ ਅੰਦਰ ਸਾਹ ਹੈ ਉਹਨੂੰ ਆਦਮੀ ਕਿਹਾ ਜਾਂਦਾ ਹੈ, ਜਿਹਦੇ ਅੰਦਰ ਸਾਹ ਨਹੀਂ ਉਸਨੂੰ ਮੁਰਦਾ ਕਿਹਾ ਜਾਂਦਾ ਹੈ। ਹਮ ਆਦਮੀ ਹਾਂ ਇਕਦਮੀ, ਕਹਿੰਦੇ ਇੱਕ ਦਮ ਦੇ ਅਸੀਂ ਮਾਲਕ ਹਾਂ।
ਮੋਹਲਤ ਮੋਹਤ ਨਾ ਜਾਣਾ। ਕਹਿੰਦੇ ਮੋਹਲਤ ਦਾ ਭਾਵ ਸਮਾਂ, ਮੌਤ ਦਾ ਭਾਵ ਵੀ ਸਮਾਂ। ਕਹਿੰਦੇ ਸਾਨੂੰ ਉਹ ਸਮੇਂ ਦੇ ਬਾਰੇ ਨਹੀਂ ਪਤਾ ਕਿ ਇੱਥੋਂ ਕਦੋਂ ਜਾਣਾ ਪੈ ਜਾਵੇ ਸੰਸਾਰ ਦੇ ਵਿੱਚੋਂ। ਸੰਸਾਰ ਦੇ ਵਿੱਚੋਂ ਕਦੋਂ ਰੁਖਸਤ ਕਿਸੇ ਨੇ ਕਦੋਂ ਚਲੇ ਜਾਣਾ ਹੈ, ਕਿਸੇ ਨੂੰ ਕੋਈ ਨਹੀਂ ਪਤਾ। ਮਨੁੱਖ ਦੂਜੇ ਦੇ ਬਾਰੇ ਤੇ ਕੀ ਦੱਸਣਾ ਰਿਹਾ, ਮਨੁੱਖ ਆਪਣੇ ਬਾਰੇ ਨਹੀਂ ਜਾਣਦਾ। ਇਸ ਵਿਚਾਰੇ ਨੂੰ ਭਲੇ ਨੂੰ ਤੇ ਆਪਣੇ ਬਾਰੇ ਨਹੀਂ ਪਤਾ ਕਿ ਮੈਂ ਸੰਸਾਰ ਦੇ ਅੰਦਰ ਕਿੰਨਾ ਕੁ ਸਮੇਂ ਦਾ ਮਹਿਮਾਨ ਹਾਂ, ਕਿੰਨੀ ਕੁ ਮੇਰੀ ਜ਼ਿੰਦਗੀ ਹੈ। ਇੱਕ ਦਮੀ ਮੋਹਲਤ ਮੁਹਤ ਨਾ ਜਾਣਾ। ਜਾਣਾ ਦਾ ਭਾਵ ਨਹੀਂ ਜਾਣਦਾ, ਨਹੀਂ ਸਮਝਦਾ, ਜਾਣਕਾਰੀ ਨਹੀਂ। ਨਾਨਕ ਦਿਨ ਵੈ ਤਿਸੈ ਸਰੀਵੋ ਜਾ ਕੇ ਜੀ ਪ੍ਰਾਣਾ। ਇਸ ਸ਼ਬਦ ਦੇ ਅੰਦਰ ਇਹ ਖਿਆਲ ਕਰਨਾ ਕਿ ਨਾਨਕ ਸ਼ਬਦ ਦੀ ਵਰਤੋਂ, ਨਾਨਕ ਮੋਹ ਸ਼ਬਦ ਦੀ ਵਰਤੋਂ ਸ਼ਬਦਾਂ ਦੇ ਅੰਤ ਦੇ ਵਿੱਚ ਕੀਤੀ ਜਾਂਦੀ ਹੈ, ਸ਼ਬਦ ਦੀ ਸਮਾਪਤੀ ਤੇ। ਪਰ ਇਸ ਸ਼ਬਦ ਦੇ ਅੰਦਰ ਲਗਭਗ ਸਾਰੀਆਂ ਪੰਕਤੀਆਂ ਦੇ ਵਿੱਚ ਨਾਨਕ ਸ਼ਬਦ ਵਾਰ-ਵਾਰ ਵਰਤਿਆ ਹੋਇਆ ਬਾਹਰ ਜੀ। ਪਹਿਲੇ ਬੰਦ ਦੇ ਅੰਦਰ ਹੀ ਨਾਨਕ ਸ਼ਬਦ ਆ ਗਿਆ। ਨਾਨਕ ਬਿਨਵੈ, ਬਿਨਵੈ ਦਾ ਭਾਵ ਬੇਨਤੀ ਕਰਦਾ ਹੈ। ਤਿਸੈ ਸਰੀਵੋ, ਸਰੀਵੋ ਦਾ ਭਾਵ ਸੇਵਨਾ, ਯਾਦ ਕਰਨਾ, ਉਸ ਨੂੰ ਯਾਦ ਕਰੋ। ਜਾ ਕੇ ਜੀ ਪ੍ਰਾਣਾ, ਜਿਸ ਨੇ ਇਹ ਜਿੰਦ ਦਿੱਤੀ ਹੈ, ਜਿਸ ਨੇ ਇਹ ਸਾਨੂੰ ਆਤਮਾ ਦਿੱਤੀ ਹੈ। ਰਹਾਉ ਦੇ ਬੰਦ ਦੇ ਅੰਦਰ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਅੰਧੇ ਜੀਵਨਾ ਵਿਚਾਰ ਦੇਖ ਕੀਤੇ ਕੇ ਦਿਨਾ ਰਹਾਉ। ਮਹਾਰਾਜ ਜੀ ਕਹਿੰਦੇ ਕਿ ਆਪਣੇ ਜੀਵਨ ਨੂੰ ਵੇਖ, ਤੂੰ ਕਿੰਨੇ ਕੁ ਦਿਨਾਂ ਦਾ ਇਸ ਸੰਸਾਰ ਦੇ ਵਿੱਚ ਮਹਿਮਾਨ ਹੈ। ਅੰਧੇ, ਅੰਧੇ ਦਾ ਭਾਵ ਅੰਨੇ। ਵੈਸੇ ਪੰਜਾਬੀ ਦੇ ਅੰਦਰ ਅੰਨਾ ਸ਼ਬਦ ਵਰਤੇ ਜਾਂਦਾ ਹੈ ਤੇ ਹੋਰ ਬੋਲੀਆਂ ਦੇ ਅੰਦਰ, ਹੋਰ ਭਾਸ਼ਾਵਾਂ ਦੇ ਅੰਦਰ ਅੰਧਾ ਕਿਹਾ ਜਾਂਦਾ ਹੈ। ਇੱਕ ਸੁਜਾਖਾ ਹੈ, ਇੱਕ ਅੰਨਾ ਹੈ, ਜਿਹਦੇ ਕੋਲ ਨੇਤਰ ਨਹੀਂ ਹੁੰਦੇ। ਹੁਣ ਇੱਥੇ ਗੁਰਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ, ਅੰਧੇ, ਹੇ ਅੰਨੇ ਮਨੁੱਖ, ਅੰਧੇ ਜੀਵ ਨਾ ਵਿਚਾਰ। ਕਹਿੰਦੇ ਆਪਣੇ ਜੀਵਨ ਦੀ ਵਿਚਾਰ ਕਰ, ਆਪਣੇ ਆਪੇ ਦੀ ਵਿਚਾਰ ਕਰ। ਦੇਖ ਕੀਤੇ ਕੇ ਦੇਣਾ, ਕਿੰਨੇ ਕੁ ਦਿਨ ਤੇਰੇ ਕੋਲ ਨੇ, ਕਿੰਨੇ ਕੁ ਦਿਨਾਂ ਦਾ ਤੂੰ ਮਹਿਮਾਨ ਸੰਸਾਰ ਉੱਤੇ। ਕੁਝ ਬਹੁਤੇ ਜ਼ਿਆਦਾ ਸਮੇਂ ਦਾ ਨਹੀਂ, ਬਹੁਤੇ ਇੱਥੇ ਕਿਸੇ ਨੇ ਹਮੇਸ਼ਾ ਦੇ ਵਾਸਤੇ ਦੁਨੀਆ ਦੇ ਉੱਤੇ ਨਹੀਂ ਰਹਿਣਾ। ਸਗੋਂ ਇਹ ਵੇਖ ਤੇਰੇ ਕੋਲ ਕੁਝ ਹੀ ਦਿਨ ਨੇ। ਇਹ ਨਾ ਵੇਖ ਮੇਰੇ ਕੋਲ ਇੰਨੇ ਸਾਲ ਨੇ, ਸਾਲਾਂ ਨੂੰ ਵੀ ਦਿਨਾਂ ਦੇ ਵਿੱਚ ਹੀ ਤੂੰ ਕਾਊਂਟ ਕਰ। ਅੰਧੇ, ਅੰਧੇ ਦੇ ਉੱਤੇ ਵੀ ਵਿਸ਼ਰਾਮ ਸੁਬੋਧਨ ਰੂਪ ਦੇ ਅੰਦਰ ਕਰਨਾ ਹੈ। ਜਿਵੇਂ ਆਵਾਜ਼ ਮਾਰ ਕੇ ਮਹਾਰਾਜ ਜੀ ਕਹਿ ਰਹੇ ਨੇ, ਹੇ ਅੰਨੇ, ਅੰਧੇ ਜੀਵ ਨਾ ਵਿਚਾਰ ਦੇਖ ਕੀਤੇ ਕੇ ਦਿਨਾ ਰਹਾਉ। ਸਾਸ ਮਾਸ ਸਭ ਜੀਉ ਤੁਮਾਰਾ, ਤੂੰ ਮੈਂ ਖਰਾ ਪਿਆਰਾ। ਨਾਨਕ ਸ਼ਾਇਰ ਏਵ ਕਹਿਤ ਹੈ, ਸੱਚੇ ਪਰਵਦਗਾਰਾ। ਦੂਸਰਾ ਬੰਦ। ਸਾਸ ਦਾ ਭਾਵ ਸਾਹ, ਮਾਸ ਦਾ ਭਾਵ ਇਹ ਚਮੜੀ। ਕਹਿੰਦੇ ਸਾਹ ਤੇ ਚਮੜੀ ਇਹ ਪਰਮਾਤਮਾ ਜੀਓ, ਇਹ ਤੁਹਾਡੀ ਦਿੱਤੀ ਹੋਈ ਹੈ। ਤੇ ਇਸ ਚਮੜੀ ਦੇ ਅੰਦਰ, ਇਸ ਢਾਂਚੇ ਦੇ ਅੰਦਰ ਜਿਹੜੀ ਜੀਵ ਆਤਮਾ, ਉਹ ਵੀ ਤੁਹਾਡੀ ਹੀ ਹੈ, ਮੇਰਾ ਤੇ ਕੁਝ ਵੀ ਨਹੀਂ। ਸਾਸ ਮਾਸ ਸਭ ਜੀਓ ਤੁਮਾਰਾ, ਤੂੰ ਮੈਂ ਖਰਾ ਪਿਆਰਾ। ਮੈਨੂੰ ਤੁਹਾਡਾ ਨਾਮ ਬਹੁਤ ਪਿਆਰਾ ਲੱਗਦਾ ਹੈ। ਨਾਨਕ ਸ਼ਾਇਰ ਏਵ ਕਹਿਤ ਹੈ। ਦੋ ਸ਼ਬਦ ਨੇ ਸੰਸਕ੍ਰਿਤ ਦੇ ਵਿੱਚੋਂ। ਸਾਇਰ ਸ਼ਬਦ ਸਮੁੰਦਰ ਦੇ ਵਾਸਤੇ ਵਰਤਿਆ ਜਾਂਦਾ ਹੈ। ਅਨੇਕਾਂ ਥਾਵਾਂ ਦੇ ਉੱਤੇ ਬਾਣੀ ਦੇ ਅੰਦਰ ਹੀ ਵਰਤਿਆ ਗਿਆ ਹੈ। ਸਾਇਰ, ਸਾਇਰ ਦਾ ਅਰਥ ਸਮੁੰਦਰ ਹੈ। ਸ਼ਾਇਰ ਦਾ ਭਾਵ ਕਵੀ, ਅਦੀਬ ਜਿਸ ਨੂੰ ਆਖਦੇ ਨੇ। ਗੁਰਦੇਵ ਮਹਾਰਾਜ ਜੀ ਇੱਥੇ, ਕਿਉਂਕਿ ਗੁਰਦੇਵ ਮਹਾਰਾਜ ਜੀ ਬਾਣੀ ਨੂੰ ਉਚਾਰਨ ਕਰਤਾ ਵਾਲੇ ਨੇ,
ਬਾਣੀ ਨੂੰ ਉਚਾਰਨ ਕਰਨ ਵਾਲੇ ਨੇ, ਇੱਕ ਕਵੀ ਰੂਪ ਦੇ ਅੰਦਰ ਨੇ। ਸੰਸਾਰਿਕ ਨੁਕਤਾ ਨਿਗਾਹ ਤੋਂ, ਸੰਸਾਰਿਕ ਦ੍ਰਿਸ਼ਟੀ ਤੋਂ। ਇਸ ਲਈ ਗੁਰਦੇਵ ਮਹਾਰਾਜ ਜੀ ਆਪਣੇ ਆਪ ਨੂੰ ਕਵੀ ਆਖਦੇ ਨੇ, ਨਾਨਕ ਦੇ ਕਕਿਨ ਵੀ ਔਂਕੜ ਹੈ, ਸ਼ਾਇਰ ਦੇ ਰਾਰੇ ਨੂੰ ਵੀ ਔਂਕੜ ਹੈ। ਇੱਥੇ ਸ਼ਾਇਰ ਜੇ ਜਦੋਂ ਕਵੀ ਦੇ ਅਰਥ ਦੇ ਵਿੱਚ ਆਵੇ ਤੇ ਉਦੋਂ ਇਸ ਦਾ ਉਚਾਰਨ ਸ਼ਾਇਰ ਹੈ, ਤੇ ਜੇ ਸਮੁੰਦਰ ਦੇ ਅਰਥ ਦੇ ਵਿੱਚ ਆਵੇ ਸ਼ਾਇਰ। ਨਾਨਕ ਸ਼ਾਇਰ ਏਵ ਕਹਿਤ ਹੈ, ਸੱਚੇ ਪਰਵਦਗਾਰਾ। ਆਖਦੇ ਨੇ ਕਿ ਹੇ ਪਰਵਦਗਾਰ, ਤੂੰ ਸੱਚਾ ਹੈ, ਤੇਰੇ ਵਰਗਾ ਸੰਸਾਰ ਦੇ ਉੱਤੇ ਕੋਈ ਸੱਚਾ ਨਹੀਂ। ਜੇ ਤੂੰ ਕਿਸੈ ਨਾ ਦੇਹੀ ਮੇਰੇ ਸਾਹਿਬਾ, ਕਿਆ ਕੋ ਕੱਢੈ ਗਹਿਣਾ। ਨਾਨਕ ਬਿਨ ਵੈ ਸੋ ਕਿਛ ਪਾਈਐ, ਪੁਰਬ ਲਿਖੀ ਕਾ ਲਹਿਣਾ। ਜੇ ਤੂੰ ਕਿਸੇ ਨਾ ਦੇਹੀ ਮੇਰੇ ਸਾਹਿਬਾ, ਕਿਆ ਕੋ ਕੱਢੈ ਗਹਿਣਾ। ਕਹਿਣ ਲੱਗੀ ਸਭ ਕੁਝ ਤੇਰੀ ਹੁਕਮ ਦੇ ਅੰਦਰ ਹੈ, ਤੇਰੇ ਹੁਕਮ ਤੋਂ ਬਾਹਰ ਨਹੀਂ। ਤੇਰੇ ਹੁਕਮ ਤੋਂ ਕੋਈ ਬਾਹਰ ਨਹੀਂ ਹੋ ਸਕਦਾ, ਤੇਰੇ ਭਾਣੇ ਤੋਂ ਬਾਹਰ ਨਹੀਂ ਹੋ ਸਕਦਾ। ਨਾਨਕ ਬਿਨ ਵੈ ਸੋ ਕਿਛ ਪਾਈਐ, ਪੁਰਬ ਲਿਖੇ ਕਾ ਲਹਿਣਾ। ਉਹੀ ਮਨੁੱਖ ਪ੍ਰਾਪਤ ਕਰਦਾ ਜੋ ਪਿਛਲੇ ਭਾਗਾਂ ਦਾ ਲਿਖਿਆ ਹੋਇਆ ਹੁੰਦਾ ਹੈ। ਨਾਮ ਕਸਮ ਕਾ ਚਿਤ ਨਾ ਕੀਆ, ਕਪਟੀ ਕਪਟ ਕਮਾਣਾ। ਜਮ ਦਵਾਰ ਜਾਂ ਪਕੜ ਚਲਾਇਆ, ਤਾਂ ਚੱਲਦਾ ਪਛਤਾਣਾ। ਅਗਲੇਰੇ ਬੰਦ ਦੇ ਅੰਦਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਉਸ ਖਸਮ ਵਾਹਿਗੁਰੂ ਪਰਮਾਤਮਾ ਦਾ ਨਾਮ ਇਸਨੇ ਚਿੱਤ ਦੇ ਅੰਦਰ ਨਹੀਂ ਵਸਾਇਆ। ਨਾਮ ਖਸਮ ਕਾ ਚਿਤ ਨਾ ਕੀਆ। ਖਸਮ ਦਾ ਭਾਵ, ਖਸਮ ਪਤੀ ਦੀ ਵਾਸਤੇ ਵੀ ਵਰਤਿਆ ਜਾਂਦਾ ਹੈ। ਨਾਮ ਖਸਮ ਕਾ ਚਿਤ ਨਾ ਕੀਆ, ਕਿ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਇਸ ਮਨੁੱਖ ਨੇ ਆਪਣੇ ਹਿਰਦੇ ਘਰ ਦੇ ਅੰਦਰ ਨਹੀਂ ਵਸਾਇਆ। ਕਪਟੀ ਕਪਟ ਕਮਾਣਾ। ਕਪਟੀ ਦਾ ਭਾਵ ਫਰੇਬੀ, ਕਪਟ ਦਾ ਭਾਵ ਫਰੇਬ ਕਰਨ ਵਾਲਾ। ਇਹ ਹਮੇਸ਼ਾ ਹੀ ਫਰੇਬ ਕਰਦਾ ਹੈ। ਦੂਜਿਆਂ ਦੇ ਬਾਰੇ ਇਸ ਨੇ ਹੀ ਸੋਚ ਰੱਖੀ ਹੋਈ ਹੈ ਕਿ ਦੂਜਿਆਂ ਨੂੰ ਕਿਵੇਂ ਠੱਗ ਲਵਾਂ, ਕਿਵੇਂ ਦੂਜੇ ਦੇ ਪਾਸੋਂ ਮੈਂ ਪਦਾਰਥ ਹੜਪ ਲਾਵਾਂ। ਨਾਮ ਖਸਮ ਕਾ, ਖਸਮ ਪਰਮਾਤਮਾ ਦਾ ਨਾਮ ਸੱਚ ਹਿਰਦੇ ਘਰ ਦੇ ਅੰਦਰ ਨਹੀਂ ਵਸਾਇਆ। ਨਾਮ ਖਸਮ ਕਾ ਚਿਤ ਨਾ ਕੀਆ, ਕਪਟੀ ਕਪਟ ਕਮਾਣਾ। ਹਮੇਸ਼ਾ ਹੀ ਕਪਟ ਕਮਾਉਂਦਾ ਹੈ। ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁਖ ਦਰਾ ਪੈ ਆਨ ਬਟਾਵੈ। ਪ੍ਰਪੰਚ ਦਾ ਅਰਥ ਵੀ ਕਪਟ ਹੈ। ਕਹਿੰਦੇ ਕਿ ਅਨੇਕਾਂ ਫਰੇਬ ਕਰਕੇ ਦੂਜਿਆਂ ਨੂੰ ਲੁੱਟ ਕੇ ਪਦਾਰਥ ਲੈ ਕੇ ਆਉਂਦਾ ਏ, ਸੋਚਦਾ ਕਿ ਮੈਂ ਆਪਣੇ ਬੱਚਿਆਂ ਦੇ, ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਕਰ ਰਿਹਾ ਹਾਂ। ਜਮ ਦਵਾਰ ਜਾਂ ਪਕੜ ਚਲਾਇਆ। ਜਮ ਦਵਾਰ ਉੱਤੇ ਜਾਂ ਦਾ ਭਾਵ ਜਦੋਂ। ਕਹਿੰਦੇ ਜਦੋਂ ਜਮਾਂ ਦੀ ਫਾਹੀ ਦੇ ਵਿੱਚ ਪੈ ਜਾਂਦਾ ਹੈ, ਜਦੋਂ ਇਸ ਨੂੰ ਕੋਈ ਦੁੱਖ ਲੱਗਦਾ ਹੈ, ਜਦੋਂ ਆਪਣੇ ਜੀਵਨ ਦੇ ਅੰਦਰ ਇਸ ਦੀ ਮੁਸੀਬਤ ਆ ਜਾਂਦੀ ਹੈ, ਦੁੱਖ ਦੀ ਘੜੀ ਆ ਜਾਂਦੀ ਹੈ। ਜਮ ਦਵਾਰ ਜਾਂ ਪਕੜ ਚਲਾਇਆ, ਤਾਂ ਚੱਲਦਾ ਪਛਤਾਣਾ। ਇੱਥੇ ਤੱਤੇ ਨੂੰ ਕਰਨਾ ਹੈ, ਇਸ ਲਈ ਥੋੜ੍ਹਾ ਜਿਹਾ ਲਮਕਾ ਕੇ ਤਾਂ ਚੱਲਦਾ ਪਛਤਾਣਾ। ਫਿਰ ਪਛਤਾਵਾ ਕਰਦਾ ਹੈ, ਫਿਰ ਸੋਚਦਾ ਹੈ ਕਿ ਮੇਰੇ ਕੋਲ ਬਹੁਤ ਵੱਡੀ ਭੁੱਲ ਹੋ ਗਈ, ਮੇਰੇ ਕੋਲ ਤਾਂ ਬਹੁਤ ਵੱਡੀ ਗਲਤੀ ਹੋ ਗਈ। ਮਹਾਰਾਜ ਜੀ ਹੀ ਸਮਝਾਉਂਦੇ ਨੇ ਕਿ ਐਸਾ ਕੰਮ ਮੂਲੇ ਨਾ ਕੀਚੈ, ਜਿਤੇ ਅੰਤ ਪਛੋਤਾਈਐ। ਤਾਂ ਚੱਲਦਾ ਪਛਤਾਣਾ, ਫਿਰ ਪਛਤਾਵਾ ਹੀ ਇਸ ਦੇ ਪੱਲੇ ਰਹਿ ਜਾਂਦਾ ਹੈ। ਅੰਤਲੇ ਬੰਦ ਦੇ ਅੰਦਰ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਜਬ ਲਗ ਦੁਨੀਆ ਰਹੀਐ ਨਾਨਕ, ਕਿਛ ਸੁਣੀਐ ਕਿਛ ਕਹੀਐ। ਭਾਲ ਰਹੇ ਹਮ ਰਹਿਣ ਨਾ ਪਾਇਆ, ਜੀਵ ਤਿਆਂ ਮਰ ਰਹੀਐ। ਜਬ ਲਗ, ਜਬ ਦਾ ਭਾਵ ਜਦੋਂ, ਲਗ ਦਾ ਭਾਵ ਜਦੋਂ ਤੱਕ। ਜਦੋਂ ਤੱਕ ਕਹਿੰਦੇ ਕਿ ਦੁਨੀਆ ਦੇ ਵਿੱਚ ਹਾਂ,
किछ सुणीए किछ कहीए, हमेशा जीवन ਦੇ ਵਿੱਚ ਵਿਚਾਰ ਲੈ ਕੇ ਆਉਣੀ ਚਾਹੀਦੀ ਹੈ। ਜਲਦਬਾਜ਼ੀ ਨਹੀਂ, ਤੰਗ-ਤੇਰੀ ਨਹੀਂ। ਹਮੇਸ਼ਾ ਵਿਚਾਰ ਹੀ ਕਰਦੇ ਰਹਿਣਾ ਚਾਹੀਦਾ ਹੈ। ਕਿਛ ਸੁਣੀਏ ਕਿਛ ਕਹੀਏ, ਕੁਝ ਸੁਣਨਾ ਚਾਹੀਦਾ ਹੈ, ਕੁਝ ਕਹਿਣਾ ਚਾਹੀਦਾ ਹੈ। ਦੂਜੇ ਦੇ ਪਾਸੋਂ ਅਕਲ ਦੀ ਗੱਲ, ਦੇਵੀ ਗੁਣਾਂ ਦੀ ਗੱਲ ਧਾਰਨ ਕਰਨੀ ਚਾਹੀਦੀ, ਸੁਣ ਲੈਣੀ ਚਾਹੀਦੀ ਹੈ ਤੇ ਆਪਣੇ ਵਿਚਾਰ ਦੂਜੇ ਨੂੰ ਦੱਸਣੇ ਚਾਹੀਦੇ ਨੇ। ਆਪਸ ਦੇ ਵਿੱਚ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ ਚਾਹੀਦਾ। ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ, ਭਾਲ ਰਹੇ ਹਮ ਰਹਿਣ ਨਾ ਪਾਇਆ। ਭਾਲ ਦਾ ਭਾਵ ਕਹਿੰਦੇ ਭਾਲ ਕੇ, ਲੱਭ ਕੇ, ਭਾਲ ਰਹੇ ਹਮ ਰਹਿਣ ਨਾ ਪਾਇਆ। ਕਹਿੰਦੇ ਕਿ ਅਸੀਂ ਸੰਸਾਰ ਦੇ ਉੱਤੇ ਨਹੀਂ ਰਹਿਣਾ ਹਮੇਸ਼ਾ ਦੇ ਵਾਸਤੇ। ਜੀਵ ਤੇ ਆ ਮਰ ਰਹੀ ਹੈ। ਜਿਉਂਦਿਆਂ ਜੀ ਵਿਕਾਰਾਂ ਵੱਲੋਂ ਮਰ ਜਾਣਾ ਚਾਹੀਦਾ ਹੈ। ਇਸ ਸਰੀਰ ਦੇ ਵਿੱਚ ਰਹਿੰਦਿਆਂ, ਇਸ ਦੇਹੀ ਦੇ ਵਿੱਚ ਰਹਿੰਦਿਆਂ ਮਰ ਜਾਣਾ ਚਾਹੀਦਾ ਹੈ। ਇੱਥੇ ਇਸ ਪਹਿਲੇ ਘਰ ਦੇ 2 ਸ਼ਬਦਾਂ ਦੀ ਸਮਾਪਤੀ ਹੁੰਦੀ ਹੈ। ਹੁਣ ਇਸ ਤੋਂ ਅੱਗੇ ਘਰ ਦੂਜੇ ਦੇ ਸ਼ਬਦ ਸ਼ੁਰੂ ਹੁੰਦੇ ਨੇ। ਮਹਾਰਾਜ ਜੀ ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਿੱਛੇ ਘਰ ਪਹਿਲੇ ਦੇ ਸ਼ਬਦ ਚੱਲ ਰਹੇ ਸੀ। ਪਰ ਇਸ ਵੇਲੇ ਘਰ ਦੂਜੇ ਦੇ ਸ਼ਬਦਾਂ ਦੀ ਆਰੰਭਤਾ ਹੁੰਦੀ ਹੈ। ਹੁਣ ਇੱਥੇ ਧਿਆਨ ਨਾਲ ਵੇਖਣ ਵਾਲੀ ਗੱਲ ਇਹ ਹੈ ਕਿ ਪਿੱਛੇ ਵੀ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਜੀ ਚੱਲ ਰਹੇ ਨੇ, ਇੱਥੇ ਵੀ ਪਹਿਲੇ ਪਾਤਸ਼ਾਹ ਦੇ ਸ਼ਬਦ ਸ਼ੁਰੂ ਹੋ ਰਹੇ ਨੇ। ਪਰ ਇੱਥੇ ਦੁਬਾਰਾ ਤੋਂ ਫਿਰ ਮੰਗਲਾਚਰਨ ਗੁਰਦੇਵ ਮਹਾਰਾਜ ਜੀ ਵਰਤੋਂ ਕਰਦੇ ਨੇ। ਰਾਗ ਦਾ ਨਾਮ ਵੀ ਦੁਬਾਰਾ ਤੋਂ ਗੁਰਦੇਵ ਮਹਾਰਾਜ ਜੀ ਦਰਜ ਕਰ ਰਹੇ ਨੇ। ਇਹਦਾ ਕਾਰਨ ਕੀ ਹੈ? ਕਿਉਂਕਿ ਰਾਗ ਦੀ ਤਬਦੀਲੀ ਹੋ ਰਹੀ ਹੈ। ਹੁਣ ਦੂਜੇ ਘਰ ਦੇ ਸ਼ਬਦ ਸ਼ੁਰੂ ਹੋਏ ਨੇ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ। ਦੂਜਾ ਲਿਖਣ ਦੇ ਵਾਸਤੇ ਮਹਾਰਾਜ ਜੀ ਨੇ ਅੰਕ 2 ਦੀ ਵਰਤੋਂ ਨਹੀਂ ਕੀਤੀ, ਸਗੋਂ ਇੱਥੇ ਜਿਵੇਂ ਪੰਜਾਬੀ ਦੇ ਅੰਦਰ ਦੱਦੇ ਨੂੰ ਦਲੈਂਕੜ, ਜੱਜੇ ਨੂੰ ਕੰਨਾ, ਦੂਜਾ ਸ਼ਬਦ ਇਵੇਂ ਵਰਤਿਆ ਹੈ। ਕਿਉਂਕਿ ਅੰਕਾਂ ਨੂੰ ਪੜ੍ਹਨ ਦੇ ਵੀ 2 ਤਰੀਕੇ ਹੁੰਦੇ ਨੇ, 1 2 3 4, ਜਾਂ ਪਹਿਲਾ, ਦੂਜਾ, ਤੀਜਾ, 2 ਤਰੀਕੇ ਨੇ। ਇਸ ਲਈ ਜਿਵੇਂ ਮਹੱਲਾ ਪਹਿਲਾ ਅਸੀਂ ਪੜ੍ਹਦੇ ਹਾਂ, ਜੇ ਕੋਈ ਇਸ ਨੂੰ ਇੰਝ ਪੜ੍ਹ ਲਵੇ ਕਿ ਮਹੱਲਾ 1, ਮਹੱਲਾ 2, ਮਹੱਲਾ 3, ਉਹ ਦਰੁਸਤ ਨਹੀਂ, ਉਹ ਠੀਕ ਨਹੀਂ। ਸਗੋਂ ਠੀਕ ਤੇ ਇਵੇਂ ਹੈ, ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ। ਇਸੇ ਤਰ੍ਹਾਂ ਘਰ ਨੂੰ ਵੀ ਪੜ੍ਹਨ ਦਾ ਮਹੱਲਾ, ਜਿਵੇਂ ਪਿੱਛੇ ਵੀ ਆਪ ਜੀਆਂ ਨੇ ਆਰੰਭਤਾ ਦੇ ਅੰਦਰ ਪੜ੍ਹਿਆ ਮਹੱਲਾ ਪਹਿਲਾ, ਜੇ ਅਸੀਂ ਇਵੇਂ ਪੜ੍ਹੀਏ ਮਹੱਲਾ 1, ਘਰ 1, ਘਰ 2, ਘਰ 3, ਇੰਝ ਨਹੀਂ। ਸਗੋਂ ਸਹੀ ਇਵੇਂ ਹੈ, ਘਰ ਪਹਿਲਾ, ਘਰ ਦੂਜਾ, ਘਰ ਤੀਜਾ। ਇਸੇ ਤਰ੍ਹਾਂ ਮਹਾਰਾਜ ਜੀ ਇੱਥੇ ਘਰ ਦੂਜਾ ਭਾਵ ਇਸ ਗਿਣਤੀ ਨੂੰ ਕਿਹੜੇ ਰੂਪ ਦੇ ਅੰਦਰ ਪੜ੍ਹਨਾ ਹੈ, ਇਹ ਵੀ ਲਿਖ ਕੇ ਮਹਾਰਾਜ ਜੀ ਦੱਸ ਰਹੇ ਨੇ। ਘਰ ਦੂਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੰਖੇਪ ਰੂਪ ਦੇ ਅੰਦਰ ਮੰਗਲਾਚਰਨ ਹੈ। ਸਭ ਤੋਂ ਸੰਖੇਪ ਰੂਪ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਵਰਤਿਆ ਜਾਂਦਾ ਹੈ। ਇਸ ਪਾਵਨ ਗੁਰ ਸ਼ਬਦ ਦੇ ਅੰਦਰ, ਆਰੰਭਤਾ ਦੇ ਅੰਦਰ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਕਿਉਂ ਸਿਮਰੀ ਸਿਵਰਿਆ ਨਹੀਂ ਜਾਏ, ਤਪੈ ਹਿਆਉ ਜੀੜਾ ਬਿਲ ਲਾਏ, ਸਿਰਜ ਸਵਾਰੇ ਸਾਚਾ ਸੋਏ, ਤਿਸ ਵਿਸਰੈ ਚੰਗਾ ਕਿਉਂ ਹੋਏ। ਮਹਾਰਾਜ ਜੀ ਕਹਿੰਦੇ ਕਿ ਪਹਿਲੇ ਬੰਦ ਦੇ ਅੰਦਰ ਕਿਉਂ ਦਾ ਭਾਵ ਕਿਵੇਂ, ਬਾਣੀ ਦੇ ਅੰਦਰ ਕਿਉਂ ਸ਼ਬਦ ਅਨੇਕਾਂ ਵਾਰ ਜ਼ਿਆਦਾਤਰ
ਕਿਉਂ ਦਾ ਅਰਥ ਕਿਉਂ ਨਹੀਂ ਆਇਆ। ਕਿਉਂ ਦਾ ਅਰਥ ਹੈ ਕਿਵੇਂ। ਕਹਿੰਦੇ ਮੈਂ ਕਿਵੇਂ ਸਿਮਰਾਂ ਉਸ ਨੂੰ, ਕਿਵੇਂ ਯਾਦ ਕਰਾਂ, ਕਿਹੜਾ ਤਰੀਕਾ ਅਪਣਾਵਾਂ। ਮੈਂ ਦੱਖਣ ਦਿਸ਼ਾ ਦੇ ਵੱਲ ਉਸ ਦੇ ਅੱਗੇ ਸਿਰ ਝੁਕਾਵਾਂ, ਜਾਂ ਪੱਛਮ ਦਿਸ਼ਾ ਦੇ ਵੱਲ, ਉਹ ਸਮਝ ਕੇ ਕਿ ਪੱਛਮ ਦਿਸ਼ਾ ਦੇ ਵੱਲ ਰਹਿੰਦਾ ਹੈ, ਉਧਰ ਸਿਰ ਝੁਕਾਵਾਂ। ਮੈਂ ਮੰਦਿਰ ਦੇ ਵਿੱਚ ਜਾਵਾਂ, ਮਸਜਿਦ ਦੇ ਵਿੱਚ ਜਾਵਾਂ। ਇਹ ਗੁਰਦੇਵ ਮਹਾਰਾਜ ਜੀ ਸ਼ਬਦ ਦੇ ਅੰਦਰ ਨਹੀਂ ਕਹਿ ਰਹੇ, ਸਗੋਂ ਇਹ ਸਵਾਲ ਪੈਦਾ ਕਰ ਰਹੇ ਨੇ, ਇਸ ਪ੍ਰਕਾਰ ਦਾ ਸਵਾਲ ਪੈਦਾ ਕਰ ਰਹੇ ਨੇ, ਇਸ ਤਰ੍ਹਾਂ ਦਾ ਸਵਾਲ ਪੈਦਾ ਕਰ ਰਹੇ ਨੇ ਕਿ ਮੈਂ ਪੂਜਾ ਕਰਾਂ, ਕਿ ਮੈਂ ਹੱਜ ਦੇ ਉੱਤੇ ਜਾਵਾਂ, ਕਿ ਮੈਂ ਪੱਥਰ ਦੀ ਉਪਾਸਨਾ ਕਰਾਂ, ਮੈਂ ਤੀਰਥਾਂ ਦੇ ਉੱਤੇ ਜਾਵਾਂ ਤਾਂ ਉਸ ਨੂੰ ਮੈਂ ਯਾਦ ਕਰ ਸਕਦਾ ਹਾਂ। ਕਿਉਂ ਸਿਮਰੀ, ਕਿਉਂ ਦਾ ਭਾਵ ਕਿਵੇਂ। ਕਹਿੰਦੇ ਮੈਂ ਉਹਨੂੰ ਕਿਵੇਂ ਸਿਮਰਾਂ, ਕਿਵੇਂ ਯਾਦ ਕਰਾਂ। ਸਿਮਰਿਆ ਨਹੀਂ ਜਾਏ, ਮੇਰੇ ਕੋਲੋਂ ਚੇਤੇ ਨਹੀਂ ਕੀਤਾ ਜਾ ਰਿਹਾ। ਮੈਂ ਇਹੋ ਜਿਹਾ ਕਿਹੜਾ ਢੰਗ ਅਪਣਾਵਾਂ ਜਿਸ ਦੇ ਨਾਲ ਮੈਂ ਉਸ ਨੂੰ ਚੇਤੇ ਕਰ ਸਕਦਾ ਹਾਂ। ਕਿਉਂ ਸਿਮਰੀ, ਸਿਮਰਿਆ ਨਹੀਂ ਜਾਏ, ਤਪੇ ਹਿਆਉ ਜੀੜਾ ਬਿਨ ਲਾਏ। ਤਪੇ ਦਾ ਭਾਵ ਤਪਦਾ ਹੈ, ਹਿਆਉ ਦਾ ਭਾਵ ਮੇਰਾ ਦਿਲ, ਮੇਰਾ ਹਿਰਦਾ। ਕਹਿੰਦੇ ਉਹਦੇ ਵਿਛੋੜੇ ਨੂੰ ਮੈਂ ਸਹਿਣ ਨਹੀਂ ਕਰ ਪਾਉਂਦਾ, ਮੇਰਾ ਹਿਰਦਾ ਉਹ ਵੀ ਤਪ ਰਿਹਾ। ਤਪੇ ਹਿਆਉ ਜੀੜਾ ਬਿਨ ਲਾਏ। ਬਿਲਲਾਏ ਦਾ ਭਾਵ ਬਿਲਕਦਾ ਹੈ, ਲੀਲੜੀਆਂ ਲੈਂਦਾ, ਜਿਸ ਨੂੰ ਬਿਲਲਾਏ ਦਾ ਅਰਥ ਹੈ ਲੀਲੜੀਆਂ ਲੈਣਾ। ਤਪੇ ਹਿਆਉ ਜੀੜਾ, ਜੀੜਾ ਦਾ ਭਾਵ ਜਿੰਦ। ਅਨੇਕਾਂ ਵਾਰ ਸ਼ਬਦਾਂ ਦੇ ਅੰਤ ਜਿਸ ਵੇਲੇ ਰਾੜੇ ਅੱਖਰ ਦੀ ਵਰਤੋਂ ਹੁੰਦੀ ਹੈ, ਇਸ ਵਾਸਤੇ ਕੀਤੀ ਜਾਂਦੀ ਹੈ ਕਮਜ਼ੋਰ ਜਿਹਾ, ਬੜੂਕ ਜਿਹਾ, ਨਿਮਾਣਾ ਜਿਹਾ, ਬੁਰਾ ਜਿਹਾ, ਕਮਜ਼ੋਰ ਜਿਹਾ। ਇਸ ਕਾਰਨ ਵਾਸਤੇ ਸ਼ਬਦਾਂ ਦੇ ਅੰਤ ਰਾੜੇ ਅੱਖਰ ਦੀ ਵਰਤੋਂ ਕੀਤੀ ਜਾਂਦੀ ਹੈ। ਕਹਿੰਦੇ ਕਿ ਇਹ ਮੇਰੀ ਕਮਲੀ ਜੀ ਜਿੰਦ, ਮੇਰੀ ਅਣਭੋਲੀ ਜੀ ਜਿਹੜੀ ਜਿੰਦ ਹੈ, ਤਪੇ ਹਿਆਉ ਜੀੜਾ, ਕਮਜ਼ੋਰ ਜਿਹਾ ਮੇਰਾ ਜਿਹੜਾ ਜੀੜਾ ਹੈ, ਮੇਰੀ ਜਿੰਦ ਹੈ, ਜਿਸ ਜਿੰਦ ਦੇ ਵੱਸ ਵਿੱਚ ਕੁਝ ਨਹੀਂ। ਬਿਲ ਲਾਏ, ਵਿਲਕਦਾ ਹੈ। ਕਾਹਦੇ ਵਾਸਤੇ ਵਿਲਕਦਾ ਹੈ? ਉਹਨੂੰ ਚੇਤੇ ਕਰਨ ਵਾਸਤੇ, ਕਿਉਂਕਿ ਮੈਨੂੰ ਤਰੀਕਾ ਨਹੀਂ ਲੱਭਦਾ। ਤਪੇ ਹਿਆਉ, ਹਾਹੀ ਨੂੰ ਸਿਹਾਰੀ, ਐੜੇ ਨੂੰ ਕਰਨਾ, ਉੜੇ ਨੂੰ ਔਂਕੜ। ਹਿਆਉ ਜੀੜਾ ਬਿਲ ਲਾਏ, ਸਿਰਜ ਸਵਾਰੇ ਸਾਚਾ ਸੋਏ। ਉਸਨੇ ਸਾਰਿਆਂ ਨੂੰ ਸਿਰਜਿਆ ਹੈ। ਸਿਰਜਿਆ ਤੇ ਸਵਾਰਿਆ ਵੀ ਉਸ ਪ੍ਰਮਾਤਮਾ ਨੇ ਹੀ ਹੈ। ਰਮਈਆ ਕੇ ਗੁਰਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਂਤੀ। ਜਿੰਤੂ ਸਾਜ ਸਵਾਰ ਸਿਰਜ ਸਵਾਰੇ, ਜਿੰਤੂ ਸਾਜ ਸਵਾਰ ਸ਼ਿੰਗਾਰਿਆ। ਸਿਰਜਣਾ ਵੀ ਤੇਰੀ ਕੀਤੀ, ਤੈਨੂੰ ਸਵਾਰਿਆ, ਭਾਵ ਸਵਾਰਨ ਦਾ ਭਾਵ ਸੁੰਦਰਤਾ। ਤੈਨੂੰ ਸੁੰਦਰਤਾ ਪਰਮਾਤਮਾ ਨੇ ਦਿੱਤੀ ਹੈ। ਸਿਰਜ ਸਵਾਰੇ ਸਾਚਾ ਸੋਏ, ਤਿਸ ਵਿਸਰੈ ਚੰਗਾ ਕਿਉਂ ਹੋਏ। ਮਹਾਰਾਜ ਜੀ ਕਹਿੰਦੇ ਜਿਹੜਾ ਪ੍ਰਮਾਤਮਾ ਸੁੰਦਰਤਾ ਦੇਣ ਵਾਲਾ ਹੈ, ਸਭ ਕੁਝ ਸਾਨੂੰ ਦੇਣ ਵਾਲਾ ਹੈ, ਜੇ ਉਸ ਨੂੰ ਮਨੁੱਖ ਭੁਲਾ ਦੇਵੇ ਤੇ ਚੰਗੀ ਗੱਲ ਨਹੀਂ। ਉਸ ਨੂੰ ਭੁਲਾ ਕੇ ਚੰਗਾ ਕਿਵੇਂ ਹੋ ਸਕਦਾ ਹੈ। ਤਿਸ ਵਿਸਰੈ, ਤਿਸ ਪ੍ਰਮਾਤਮਾ ਨੂੰ ਵਾਸਤੇ ਵਰਤਿਆ। ਵਿਸਰੈ, ਇੱਥੇ ਵਿਸਰੀਐ ਨਹੀਂ ਇਸ ਨੂੰ ਪੜ੍ਹਨਾ। ਵਾਵੀ ਨੂੰ ਸਿਹਾਰੀ ਤੇ ਰਾਰੇ ਨੂੰ ਸਿਹਾਰੀ, ਐੜੇ ਨੂੰ ਦਲਾਵਾਂ। ਜਿਵੇਂ ਤੇਗ ਬਹਾਦਰ ਸਿਮਰਿਐ, ਸਿਮਰਿਐ ਨਹੀਂ, ਤੇਗ ਬਹਾਦਰ ਸਿਮਰਿਐ। ਤਿਸ ਵਿਸਰਿਐ, ਉਸਨੂੰ ਵਿਸਾਰਨ ਨਾਲ, ਉਸਨੂੰ ਭੁਲਾ ਦੇਣ ਦੇ ਨਾਲ ਚੰਗਾ ਕਿਉਂ ਹੋਏ। ਚੰਗਾ ਕਿਵੇਂ ਹੋ ਸਕਦਾ? ਇਹ ਗੱਲ ਚੰਗੀ ਨਹੀਂ। ਜੇ ਕਿਸੇ ਮਨੁੱਖ ਨੇ ਕਿਸੇ ਪਾਸੋਂ ਪੈਸੇ ਉਧਾਰ ਲਏ ਹੋਏ ਹੋਣ ਤੇ ਉਹ ਮੁੱਕਰ ਜਾਵੇ ਕਿ ਮੈਂ ਲਈ ਨਹੀਂ, ਮੈਂ ਨਹੀਂ ਦੇਵਾਂਗਾ, ਲੋਕ ਆਖਣਗੇ ਕਿ ਚੰਗੀ ਗੱਲ ਨਹੀਂ ਇਹਦੇ ਵਾਸਤੇ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਉਹ ਸਭ ਕੁਝ ਸਾਨੂੰ ਦੇਣ ਵਾਲਾ ਹੈ। ਜੇ ਉਸ ਨੂੰ, ਉਸ ਦਾਤੇ ਨੂੰ ਅਸੀਂ ਭੁਲਾ ਦਿੱਤਾ ਤੇ ਸਾਡੇ ਵਾਸਤੇ ਇਹ ਚੰਗੀ ਗੱਲ ਨਹੀਂ। ਤਿਸ ਵਿਸਰਿਆ, ਚੰਗਾ ਕਿਉਂ ਹੋਏ, ਇਹ ਪਹਿਲਾ ਬੰਦ ਹੈ, ਇਹ ਚੰਗੀ ਗੱਲ ਨਹੀਂ ਹੋਵੇਗੀ। ਹਿਕਮਤ ਹੁਕਮ ਨਾ ਪਾਇਆ ਜਾਏ, ਕਿਉਂ ਕਰ ਸਾਚ ਮਿਲੋ ਮੇਰੀ ਮਾਏ। ਰਹਾਓ, ਉਹ ਜ਼ੋਰ ਜ਼ਬਰਦਸਤੀ ਦੇ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
ਕਿਉਂ ਕਰ ਸਾਚ ਮਿਲਾਓ ਮੇਰੀ ਮਾਏ। ਕਹਿੰਦੇ ਮੈਂ ਸੱਚ ਦੇ ਵਿੱਚ ਕਿਵੇਂ ਟਿਕ ਜਾਵਾਂ, ਇਹੋ ਜਿਹਾ ਕਿਹੜਾ ਤਰੀਕਾ ਜਿਸ ਦੇ ਨਾਲ ਮੈਂ ਪਰਮਾਤਮਾ ਦੇ ਨਾਮ ਦੇ ਵਿੱਚ ਟਿਕ ਜਾਵਾਂ। ਕਿਉਂ ਕਰ ਸਾਚ ਮਿਲਾਓ ਮੇਰੀ ਮਾਏ ਰਹਾਉ। ਵਖਰ ਨਾਮ ਦੇਖਣ ਕੋਈ ਜਾਏ, ਨਾ ਕੋ ਚਾਖੈ ਨਾ ਕੋ ਖਾਏ। ਵਖਰ ਦਾ ਭਾਵ ਸੌਦਾ। ਨਾਮ ਰੂਪ ਸੌਦੇ ਨੂੰ ਵੇਖਣ ਦੇ ਵਾਸਤੇ, ਭਾਵ ਗੁਰੂ ਦੇ ਦੀਦਾਰ ਕਰਨ ਵਾਸਤੇ, ਗੁਰੂ ਦੀ ਚਾਹਤ, ਪਰਮਾਤਮਾ ਦੇ ਨਾਮ ਦੀ ਚਾਹਤ ਕੋਈ ਵਿਰਲਾ ਹੀ ਰੱਖਦਾ ਹੈ, ਸਾਰੇ ਨਹੀਂ ਰੱਖਦੇ। ਵਖਰ ਨਾਮ ਦੇਖਣ ਕੋਈ ਜਾਏ, ਕੋਈ ਭਾਵ ਵਿਰਲਾ। ਵਖਰ ਨਾਮ ਦੇਖਣ ਕੋਈ ਜਾਏ, ਕੋਈ ਵਿਰਲਾ ਹੀ ਪਰਮਾਤਮਾ ਦੇ, ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਂਦਾ ਹੈ। ਗੁਰੂ ਦੇ ਇਸ ਸੰਗ ਨੂੰ ਕੋਈ ਵਿਰਲਾ ਹੀ ਮਾਣਦਾ ਹੈ। ਨਾ ਕੋ ਚਾਖੈ ਨਾ ਕੋ ਖਾਏ, ਪਰ ਪਰਮਾਤਮਾ ਦੇ ਨਾਮ ਨੂੰ ਨਹੀਂ ਚੱਖਦਾ, ਨਾ ਹੀ ਪ੍ਰਾਪਤੀ ਕਰਦਾ ਹੈ। ਨਾ ਕੋ ਚਾਖੈ, ਨੰਨੇ ਨੂੰ ਕਰਨਾ, ਦੋਨੇ ਥਾਵਾਂ ਦੇ ਉੱਤੇ ਨੰਨੇ ਨੂੰ ਕਰਨਾ ਵਰਤਿਆ ਹੈ। ਨਾ ਕੋ ਦਾ ਭਾਵ ਕੋਈ, ਚਾਖੈ ਨਾ ਕੋ ਖਾਏ। ਲੋਕ ਪਤੀਣੈ ਨਾ ਪਤ ਹੋਏ। ਲੋਕ ਪਤੀਣੈ ਦਾ ਭਾਵ ਲੋਕਾਂ ਦੀ ਵਾਹ ਵਾਹ ਖੱਟ ਲਈ, ਲੋਕਾਂ ਦੇ ਭਾਣੇ ਤੇ ਬਹੁਤ ਚੰਗਾ ਹੈ। ਉਹਦੇ ਦਰ ਦੇ ਉੱਤੇ ਲੋਕਾਂ ਦੇ ਭਾਣੇ ਦੀ ਵਿਚਾਰ ਨੇ ਚੱਲਣੀ, ਸਗੋਂ ਲੋਕ ਪਤੀਣੈ ਨਾ ਪਤ ਹੋਏ। ਲੋਕ ਭਾਵੇਂ ਉਸ ਨੂੰ ਚੰਗਾ ਆਖਣ, ਪਰ ਇੱਜ਼ਤ ਪਰਮਾਤਮਾ ਦੇ ਦਰ ਦੇ ਉੱਤੇ ਨਾਮ ਦੀ ਹੀ ਮਿਲਣੀ ਹੈ। ਗੁਰੂ ਨੇ ਇਹ ਨਹੀਂ ਵੇਖਣਾ ਕਿ ਲੋਕ ਇਸ ਨੂੰ ਚੰਗਾ ਆਖਦੇ ਨੇ, ਉਸਨੇ ਤੇ ਕਰਮ ਹੀ ਆਪੋ ਆਪਣੀ ਪ੍ਰਧਾਨਤਾ ਹੈ ਉਹਦੇ ਦਰ ਦੀ। ਜਿਹਦੇ ਕਰਮ ਚੰਗੇ ਨੇ ਉਹ ਨੇੜੇ ਹੋ ਜਾਂਦਾ ਹੈ, ਜਿਹਦੇ ਕਰਮ ਚੰਗੇ ਨਹੀਂ ਉਹ ਦੂਰ ਹੋ ਜਾਂਦਾ ਹੈ। ਲੋਕ ਪਤੀਣੈ ਨਾ ਪਤ ਹੋਏ, ਤਾਂ ਪਤ ਰਹਿ ਰਾਖੈ ਜਾਂ ਸੋਏ। ਪਰ ਪਤ ਉਸਦੀ ਰਹਿੰਦੀ ਜਦੋਂ ਉਹ ਵਾਹਿਗੁਰੂ ਪਰਮਾਤਮਾ ਰੱਖਦਾ ਹੈ। ਜਹ ਦੇਖਾਂ ਤਹ ਰਿਹਾ ਸਮਾਏ, ਜਿੱਥੇ ਮੈਂ ਵੇਖਦਾ ਹਾਂ ਉੱਥੇ ਹੀ ਉਹਦਾ ਵਾਸਾ ਹੈ। ਤੁਧ ਬਿਨ ਦੂਜੀ ਨਾਹੀ ਜਾਏ, ਤੇਰੇ ਤੋਂ ਬਗੈਰ ਦੂਜੀ ਜਗ੍ਹਾ ਨਹੀਂ ਹੋਰ ਕੋਈ। ਜੇ ਕੋ ਕਰੇ ਕੀਤਾ ਕਿਆ ਹੋਏ, ਜਿਸਨੂੰ ਬਖਸ਼ੇ ਸਾਚਾ ਸੋਏ। ਜੇ ਕੋ ਕਰੇ ਕੀਤਾ ਕਿਆ ਹੋਏ, ਉਸਦੇ ਕੀਤੇ ਦੇ ਉੱਤੇ ਕੋਈ ਸ਼ੰਕਾ ਨਹੀਂ ਕੀਤਾ ਜਾ ਸਕਦਾ, ਉਹ ਆਪ ਹੀ ਬਖਸ਼ਦਾ ਹੈ। ਅੰਤਲੇ ਬੰਦ ਦੇ ਅੰਦਰ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਹੁਣ ਉੱਠ ਚੱਲਣਾ ਮੌਤ ਕੇ ਤਾਲ, ਕਹਿੰਦੇ ਪਤਾ ਨਹੀਂ ਕਿ ਕਦੋਂ ਸੰਸਾਰ ਦੇ ਵਿੱਚੋਂ ਉੱਠ ਕੇ ਜਾਣਾ ਪੈ ਜਾਵੇ, ਹੁਣ ਨੂੰ ਕੱਲ ਨੂੰ ਪਤਾ ਨਹੀਂ। ਹੁਣ ਉੱਠ ਚੱਲਣਾ ਮੌਤ, ਮੌਤ ਦਾ ਭਾਵੇਂ ਸਮਾਂ, ਕਿ ਇੱਥੇ ਕੀ ਉਚਾਰਨ ਨਹੀਂ ਕਰਨਾ, ਲੰਬਾ ਉਚਾਰਨ ਨਹੀਂ ਕਰਨਾ। ਕਿ ਕਿਆ ਮੋਹ ਦੇਸਾਂ ਗੁਣ ਨਹੀਂ ਨਾਲ, ਕਹਿੰਦੇ ਮੈਂ ਕਿਹੜਾ ਮੂੰਹ ਲੈ ਕੇ ਜਾਵਾਂ ਉਹਦੇ ਅੱਗੇ, ਪੱਲੇ ਤੇ ਮੇਰੇ ਇੱਕ ਵੀ ਗੁਣ ਨਹੀਂ। ਕਿਆ ਮੋਹ ਦੇਸਾਂ, ਦੇਸਾਂ ਦਾ ਭਾਵ ਦਿਖਾਵਾਂ, ਇਹ ਪੰਜਾਬੀ ਠੇਠ ਪੰਜਾਬੀ ਬੋਲੀ ਦਾ ਸ਼ਬਦ ਹੈ। ਕਿਆ ਮੋਹ ਦੇਸਾਂ, ਕੀ ਦਿਖਾਵਾਂਗਾ। ਗੁਣ ਨਹੀਂ ਨਾਲ, ਜੈਸੀ ਨਜ਼ਰ ਕਰੇ ਤੈਸਾ ਹੋਏ। ਜਿਹੋ ਜਿਹੀ ਨਜ਼ਰ ਕਰਦਾ ਹੈ ਉਹ ਆਪ ਹੀ ਵਰਤ ਕਰਨ ਵਾਲਾ ਹੈ। ਗੁਰਮੁਖ ਵੀ ਆਪ ਬਣਾਉਣ ਵਾਲਾ ਹੈ, ਮਨਮੁਖੀ ਵੀ ਆਪ ਬਣਾਉਣ ਵਾਲਾ ਹੈ। ਵੇਣ ਨਦਰੀ ਨਾਨਕ ਨਹੀਂ ਕੋਈ, ਉਹਦੀ ਰਹਿਮਤ ਤੋਂ ਬਗੈਰ ਕੁਝ ਵੀ ਨਹੀਂ, ਉਹਦੀ ਰਹਿਮਤ ਹੀ ਸ੍ਰੇਸ਼ਟ ਹੈ। ਇੱਥੋਂ ਤੱਕ ਆਪ ਜੀਆਂ ਨੇ ਇਸ ਵਿਚਾਰ ਨੂੰ ਸਰਵਣ ਕੀਤਾ। ਬਾਕੀ ਵਿਚਾਰ ਆਪ ਜੀ ਕੱਲ੍ਹ ਵਾਲੇ ਦਿਨਾਂ ਦੇ ਅੰਦਰ ਸਰਵਣ ਕਰੋਗੇ। ਗੁਰਫਤਿਹ ਬੁਲੰਦ ਕਰਨੀ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।